स्वागत है ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਮੇਰਾ ਨਾਮ ਮਣੀ ਹੈ। ਅਸੀਂ ਪਿੰਡ 'ਚ ਰਹਿਣ ਵਾਲੇ ਸਿੱਧੇ ਸਾਦੇ ਲੋਕ ਹਾਂ। ਮੈਂ ਇੱਕ ਲੜਕੀ ਨਾਲ ਪਿਆਰ ਕਰਦਾ ਸੀ। ਉਸ ਦਾ ਨਾਂ ਅੰਕੁਸ਼ਾ ਸੀ। ਉਹ ਇੱਕ ਗਰੀਬ ਘਰ ਦੀ ਸੀ। ਅਸੀਂ ਵੀ ਬਹੁਤ ਅਮੀਰ ਨਹੀਂ ਸੀ, ਪਰ ਸਾਡੇ ਕੋਲ ਥੋੜੀ ਜ਼ਮੀਨ ਸੀ। ਅਸੀਂ 3 ਭਰਾ ਸੀ ਤੇ ਮੈਂ ਸਾਰਿਆਂ ਤੋਂ ਛੋਟਾ। ਮੇਰੇ ਦੋਵੇਂ ਭਰਾਵਾਂ ਦੇ ਵਿਆਹ ਨੂੰ 2 ਤੋਂ 4 ਸਾਲ ਹੋ ਚੁੱਕੇ ਸਨ ਤੇ ਉਹਨਾਂ ਦੋਵਾਂ ਦੇ ਕੋਈ ਔਲਾਦ ਨਹੀਂ ਸੀ। ਘਰ 'ਚ ਮੇਰੀ ਮਾਂ ਦਾ ਹੀ ਹੁਕਮ ਚੱਲਦਾ ਸੀ। ਉਹ ਪੋਤੇ ਦੀ ਸ਼ਕਲ ਦੇਖਣ ਲਈ ਬੇਚੈਨ ਸੀ, ਪਰ ਉਸ ਦੀ ਇੱਛਾ ਪੂਰੀ ਨਹੀਂ ਹੋ ਰਹੀ ਸੀ। ਉਹ ਮੇਰੇ ਦੋਵੇਂ ਭਰਾਵਾਂ ਦੀਆਂ ਪਤਨੀਆਂ ਨੂੰ ਖੂਬ ਤਾਨੇ ਦਿੰਦੀ, ਉਹਨਾਂ ਦਾ ਜਿਉਣਾ ਹਰਾਮ ਕਰੀ ਰੱਖਦੀ ਸੀ। ਮੇਰੀਆਂ ਭਰਜਾਈਆਂ ਦੋਵੇਂ ਵੱਡੇ ਘਰ ਦੀਆਂ ਬੇਟੀਆਂ ਸਨ, ਪਰ ਮੈਂ ਇੱਕ ਗਰੀਬ ਘਰ ਦੀ ਬੇਟੀ ਨੂੰ ਪਸੰਦ ਕਰਕੇ ਲਿਆਇਆ ਸੀ। ਮੈਂ ਹਿੰਮਤ ਕਰਕੇ ਆਪਣੀ ਮਾਂ ਨਾਲ ਅੰਕੁਸ਼ਾ ਬਾਰੇ ਗੱਲ ਕੀਤੀ। ਮੇਰੀ ਮਾਂ ਬਹੁਤ ਗੁੱਸਾ ਹੋਈ ਤੇ ਆਖਣ ਲੱਗੀ ਕਿ ਕੋਈ ਲੋੜ ਨਹੀਂ ਹੈ ਉਸ ਨਾਲ ਵਿਆਹ ਕਰਨ ਦੀ। ਪਰ ਮੈਂ ਜਾਣਦਾ ਸੀ ਕਿ ਮੇਰੀ ਮਾਂ ਦੀ ਦੁਖਤੀ ਰੱਖ ਕੀ ਹੈ। ਮੈਂ ਕਿਹਾ ਕਿ ਮੈਂ ਜਿਸ ਲੜਕੀ ਨੂੰ ਪਸੰਦ ਕੀਤਾ ਹੈ ਉਸ ਦੇ ਖਾਨਦਾਨ 'ਚ ਸਿਰਫ ਲੜਕੇ ਪੈਦਾ ਹੁੰਦੇ ਹਨ ਤੇ ਉਹ ਵੀ ਵਿਆਹ ਦੇ ਪਹਿਲੇ ਹੀ ਸਾਲ। ਅੰਕੁਸ਼ਾ ਦੇ 5 ਭਰਾ ਸਨ ਤੇ ਉਹ ਉਹਨਾਂ ਦੀ ਇਕਲੌਤੀ ਭੈਣ ਸੀ। ਮੇਰੀ ਮਾਂ ਨੂੰ ਮੈਂ ਕਿਸੇ ਤਰ੍ਹਾਂ ਆਪਣੀਆਂ ਗੱਲਾਂ 'ਚ ਲਗਾਇਆ ਤੇ ਅੰਕੁਸ਼ਾ ਨਾਲ ਵਿਆਹ ਕਰ ਲਿਆ ਤੇ ਉਹ ਸਾਡੇ ਘਰ ਆ ਗਈ। ਪਰ ਸਾਡੇ ਨਾਲ ਵੀ ਉਹੀ ਹੋਇਆ ਜੋ ਮੇਰੇ ਭਰਾਵਾਂ ਨਾਲ ਹੋ ਰਿਹਾ ਸੀ। ਵਿਆਹ ਤੋਂ 2 ਸਾਲ ਬਾਅਦ ਵੀ ਕੋਈ ਔਲਾਦ ਨਾ ਹੋਈ। ਹੁਣ ਮੇਰੀ ਮਾਂ ਨੇ ਅੰਕੁਸ਼ਾ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਅੰਕੁਸ਼ਾ ਨੂੰ ਤਾਂ ਜ਼ਿਆਦਾ ਤਾਣੇ ਦਿੰਦੀ ਸੀ, ਕਿਉਂਕਿ ਮੈਂ ਉਸ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਉਹ ਸਾਰਾ ਦਿਨ ਮੇਰੀ ਮਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਰੋਂਦੀ ਰਹਿੰਦੀ। ਮੇਰੇ ਤੋਂ ਉਸ ਦਾ ਇਹ ਦੁੱਖ ਦੇਖਿਆ ਨਹੀਂ ਜਾਂਦਾ ਸੀ। ਇੱਕ ਦਿਨ ਮੈਂ ਆਪਣੀ ਮਾਂ ਨਾਲ ਗੱਲ ਕਰਨ ਬਾਰੇ ਸੋਚਿਆ ਤੇ ਮੇਰੀ ਮਾਂ ਇੰਨਾ ਗੁੱਸਾ ਹੋ ਗਈ ਕਿ ਮੈਨੂੰ ਘਰੋਂ ਨਿਕਲ ਜਾਣ ਦਾ ਆਖ ਦਿੱਤਾ। ਮੈਂ ਵੀ ਬਹੁਤ ਗੁੱਸੇ 'ਚ ਸੀ ਤਾਂ ਆਖ ਦਿੱਤਾ ਕਿ ਠੀਕ ਹੈ, ਅਸੀਂ ਘਰੋਂ ਚਲੇ ਜਾਵਾਂਗੇ। ਮੈਂ ਅੰਕੁਸ਼ਾ ਨੂੰ ਲੈ ਕੇ ਘਰੋਂ ਨਿਕਲ ਤਾਂ ਗਿਆ, ਪਰ ਸਾਡੇ ਕੋਲ ਕੁਝ ਵੀ ਨਹੀਂ ਸੀ। ਨਾ ਸਾਡੇ ਕੋਲ ਘਰ ਦਾ ਕੋਈ ਸਮਾਨ ਸੀ ਤੇ ਨਾ ਹੀ ਰਸੋਈ ਦਾ ਸਮਾਨ। ਬਸ ਕੁਝ ਪੈਸੇ ਮੈਂ ਆਪਣੇ ਦੋਸਤਾਂ ਤੋਂ ਮਦਦ ਲਈ ਮੰਗੇ ਤਾਂ ਉਹਨਾਂ ਨੇ ਮੇਰਾ ਸਾਥ ਦਿੱਤਾ। ਪਿੰਡ 'ਚ ਬਹੁਤ ਦੂਰ ਸੁਨਸਾਨ ਇਲਾਕੇ 'ਚ ਇੱਕ ਮਕਾਨ ਸੀ ਜਿਸ ਦਾ ਮਾਲਕ ਕਈ ਸਾਲਾਂ ਤੋਂ ਪਿੰਡ ਨਹੀਂ ਆਇਆ ਸੀ। ਮੇਰੇ ਦੋਸਤਾਂ ਨੇ ਮੇਰੇ ਲਈ ਉਸ ਘਰ ਦਾ ਤਾਲਾ ਤੋੜ ਦਿੱਤਾ ਤੇ ਕਿਹਾ ਕਿ ਜਦੋਂ ਤੱਕ ਘਰ ਦਾ ਮਾਲਕ ਨਹੀਂ ਆਉਂਦਾ ਤੁਸੀਂ ਇੱਥੇ ਹੀ ਰਹੋ, ਫਿਰ ਬਾਅਦ 'ਚ ਕੋਈ ਇੰਤਜ਼ਾਮ ਕਰ ਲਵਾਂਗੇ। ਉਸ ਘਰ ਕੁਝ ਸਮਾਨ ਵੀ ਮੌਜੂਦ ਸੀ। ਅੰਕੁਸ਼ਾ ਨੇ ਘਰ ਸਾਫ਼ ਕੀਤਾ ਤੇ ਮੈਨੂੰ ਮੇਰੇ ਦੋਸਤਾਂ ਨੇ ਮਜ਼ਦੂਰੀ ਦਾ ਕੰਮ ਦੱਸਿਆ। ਮੈਂ ਇਹ ਕੰਮ ਕਰਨ ਨੂੰ ਰਾਜ਼ੀ ਹੋ ਗਿਆ। ਜਦੋਂ ਤੋਂ ਅਸੀਂ ਉਸ ਘਰ 'ਚ ਆਏ ਸੀ, ਅੰਕੁਸ਼ਾ ਚੁੱਪਚਾਪ ਰਹਿੰਦੀ ਸੀ ਤੇ ਬੋਲਦੀ ਤਾਂ ਸਿਰਫ ਇੰਨਾ ਕਿ ਤੁਸੀਂ ਪਰੇਸ਼ਾਨ ਨਾ ਹੋ, ਮੈਂ ਤੁਹਾਡੇ ਨਾਲ ਹਾਂ, ਸਭ ਠੀਕ ਹੋ ਜਾਵੇਗਾ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੀ ਪਤਨੀ ਮੇਰੇ ਨਾਲ ਹੈ। ਮੇਰੀ ਪਤਨੀ ਨੇ ਉਸ ਘਰ 'ਚ ਚੀਜ਼ਾਂ ਇਕੱਠੀਆਂ ਕਰਕੇ ਉਸ ਮਕਾਨ ਨੂੰ ਘਰ ਵਾਂਗ ਬਣਾ ਦਿੱਤਾ। 1 ਮਹੀਨੇ ਬਾਅਦ ਸਾਨੂੰ ਖੁਸ਼ਖਬਰੀ ਮਿਲੀ ਕਿ ਮੇਰੀ ਪਤਨੀ ਪ੍ਰੈਗਨੈਂਟ ਹੈ। ਅਸੀਂ ਬਹੁਤ ਖੁਸ਼ ਹੋਏ ਤੇ 7 ਮਹੀਨੇ ਦੀ ਪ੍ਰੈਗਨੈਂਸੀ 'ਚ ਡਾਕਟਰ ਨੇ ਦੱਸਿਆ ਕਿ ਮੇਰੀ ਪਤਨੀ ਦੇ ਪੇਟ 'ਚ ਇਕੱਠੇ 7 ਬੱਚੇ ਹਨ। ਇਸ ਗੱਲ ਕਾਰਨ ਅਸੀਂ ਥੋੜਾ ਪਰੇਸ਼ਾਨ ਹੋ ਗਏ ਕਿ ਸਭ ਠੀਕ ਹੋ ਜਾਵੇਗਾ। ਪਿੰਡ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਬਹੁਤ ਚੰਗੀ ਔਰਤ ਸੀ। ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਤੇ ਭਗਵਾਨ ਨੇ ਇਕੱਠੇ 7 ਬੱਚਿਆਂ ਨਾਲ ਸਾਡਾ ਘਰ ਭਰ ਦਿੱਤਾ। ਅਸੀਂ ਦੋਵੇਂ ਬਹੁਤ ਖੁਸ਼ ਸੀ, ਪਰ ਦਿਲ 'ਚ ਫਿਕਰ ਵੀ ਸੀ ਕਿ ਇਕੱਠੇ ਇੰਨੇ ਸਾਰੇ ਬੱਚਿਆਂ ਦਾ ਖਰਚ ਕਿਵੇਂ ਪੂਰਾ ਕਰਾਂਗੇ। ਮੇਰੀ ਨੌਕਰੀ ਨਾਲ ਜੋ ਮੈਨੂੰ ਪੈਸੇ ਮਿਲਦੇ ਸਨ ਉਹ ਬਹੁਤ ਘੱਟ ਸਨ। ਫਿਰ ਤੋਂ ਦੋਸਤ ਕੰਮ ਆਏ, ਪਰ ਉਹ ਵੀ ਕਦੋਂ ਤੱਕ ਕਰਦੇ। ਇਸੇ ਤਰ੍ਹਾਂ ਕਰਦੇ ਕਰਦੇ 3 ਮਹੀਨੇ ਦਾ ਸਮਾਂ ਨਿਕਲ ਗਿਆ। ਅੰਕੁਸ਼ਾ ਦੀ ਤਬੀਅਤ ਹੁਣ ਸਹੀ ਹੋਣ ਲੱਗੀ ਸੀ, ਪਰ ਹੁਣ ਸਾਡੇ ਬੁਰੇ ਦਿਨ ਸ਼ੁਰੂ ਹੋ ਗਏ ਸਨ। ਘਰ 'ਚ ਖਾਣ ਨੂੰ ਕੁਝ ਨਾ ਹੁੰਦਾ। ਇੱਕ ਦਿਨ ਮੇਰੀ ਮਾਂ ਦੋਵੇਂ ਭਰਾਵਾਂ ਤੇ ਉਹਨਾਂ ਦੀਆਂ ਪਤਨੀਆਂ ਨੂੰ ਲੈ ਕੇ ਸਾਡੇ ਘਰ ਅਚਾਨਕ ਆ ਗਈ। ਮੈਂ ਅਚਾਨਕ ਉਹਨਾਂ ਸਾਰਿਆਂ ਨੂੰ ਦੇਖ ਕੇ ਹੈਰਾਨ ਰਹਿ ਗਿਆ।
ਮੇਰੀ ਮਾਂ ਨੇ ਮੇਰੇ ਬੱਚਿਆਂ ਨੂੰ ਪਿਆਰ ਕੀਤਾ। ਉਹਨਾਂ ਲਈ ਕੱਪੜੇ, ਦੁੱਧ, ਖਿਡੌਣੇ, ਅੰਕੁਸ਼ਾ ਲਈ ਕੱਪੜੇ ਤੇ ਸਾਡੇ ਲਈ ਖਾਣਾ ਵੀ ਬਣਾ ਕੇ ਲਿਆਈ ਸੀ। ਅਸੀਂ ਬਹੁਤ ਸਮੇਂ ਬਾਅਦ ਪੇਟ ਭਰ ਕੇ ਖਾਣਾ ਖਾਧਾ ਸੀ। ਬੱਚਿਆਂ ਨੇ ਵੀ ਦੁੱਧ ਪੀਤਾ ਤੇ ਸਾਰੇ ਉਹਨਾਂ ਨਾਲ ਪਿਆਰ ਕਰਨ ਲੱਗੇ। ਮੈਂ ਖੁਸ਼ ਸੀ ਕਿ ਚਲੋ ਬੁਰੇ ਸਮੇਂ 'ਚ ਆਪਣੇ ਹੀ ਕੰਮ ਆਉਂਦੇ ਹਨ। ਪਰ ਫਿਰ ਮੇਰੀ ਮਾਂ ਨੇ ਇੱਕ ਅਜੀਬ ਜਿਹੀ ਗੱਲ ਆਖੀ ਕਿ ਹੁਣ ਤੁਸੀਂ ਦੋਵੇਂ ਵਾਪਸ ਘਰ ਆ ਜਾਓ। ਮੇਰਾ ਤਾਂ ਦਿਲ ਫਟ ਰਿਹਾ ਸੀ। ਤੁਹਾਨੂੰ ਇਸ ਖੰਡਰ 'ਚ ਰਹਿੰਦੇ ਹੋਏ ਦੇਖ ਕੇ ਆਪਣੇ ਘਰ ਆ ਜਾਓ, ਉੱਥੇ ਸਕੂਨ ਨਾਲ ਰਹੋ। ਬਸ ਹੁਣ ਤੁਹਾਨੂੰ ਆਪਣੇ ਲਈ ਉੱਥੇ ਇੱਕ ਹੋਰ ਕਮਰਾ ਬਣਾਉਣਾ ਹੋਵੇਗਾ। ਜਗ੍ਹਾ ਘੱਟ ਹੈ ਨਾ, ਤੇ ਇੱਕ ਕੰਮ ਇਹ ਵੀ ਕਰਨਾ ਹੋਵੇਗਾ ਕਿ ਆਪਣੇ 2 ਬੇਟੇ ਆਪਣੇ ਦੋਵੇਂ ਭਰਾਵਾਂ ਨੂੰ ਲਿਖ ਕੇ ਦੇ ਦੇ ਤੇ ਬਾਕੀ ਖੁਦ ਰੱਖ ਲੈ। ਉਂਝ ਵੀ ਇਕੱਲੇ 7 ਬੱਚਿਆਂ ਨੂੰ ਕਿਵੇਂ ਪਾਲੇਗਾ? ਇਸ ਤਰ੍ਹਾਂ ਸਾਰਿਆਂ ਨੂੰ ਔਲਾਦ ਮਿਲ ਜਾਵੇਗੀ। ਮੈਂ ਤੇ ਅੰਕੁਸ਼ਾ ਦੋਵੇਂ ਹੈਰਾਨ ਰਹਿ ਗਏ। ਮਾਂ, ਉਂਝ ਵੀ ਤਾਂ ਬੱਚੇ ਸਾਡੇ ਸਾਰਿਆਂ ਦੇ ਹੀ ਹਨ। ਤਾਇਆ ਪਿਓ ਵਰਗਾ ਤੇ ਤਾਈ ਮਾਂ ਵਰਗੀ ਹੁੰਦੀ ਹੈ। ਮੈਂ ਗੱਲ ਸੰਭਾਲਣ ਦੀ ਕੋਸ਼ਿਸ਼ ਕੀਤੀ। ਨਹੀਂ, ਇਸ ਤਰ੍ਹਾਂ ਨਹੀਂ ਆਖ ਰਹੀ। ਬੇਟਾ ਲਿਖ ਕੇ ਦੇਣਾ ਹੋਵੇਗਾ। ਮੇਰੀ ਮਾਂ ਨੇ ਤਾਂ ਆਪਣਾ ਫੈਸਲਾ ਹੀ ਸੁਣਾ ਦਿੱਤਾ, ਜਿਵੇਂ ਉਹ ਇੱਥੇ ਸਿਰਫ ਇਸ ਲਈ ਆਈ ਸੀ। ਮੈਂ ਵੀ ਹੈਰਾਨ ਸੀ, ਪਰ ਅੰਕੁਸ਼ਾ ਨੇ ਉਹਨਾਂ ਦੀਆਂ ਲਿਆਂਦੀਆਂ ਹੋਈਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਰੱਖੀਆਂ ਤੇ ਕਿਹਾ ਕਿ ਮੈਂ 9 ਮਹੀਨੇ ਜੋ ਤਕਲੀਫ ਕੱਟੀ ਹੈ, ਉਸ ਦਾ 1 ਘੰਟਾ ਵੀ ਤੁਸੀਂ ਨਹੀਂ ਗੁਜ਼ਾਰਿਆ। ਜਦੋਂ ਮੈਂ ਤਕਲੀਫ 'ਚ ਸੀ, ਉਦੋਂ ਤੁਸੀਂ ਕਿਉਂ ਨਹੀਂ ਆਏ ਮੇਰੀ ਮਦਦ ਕਰਨ? ਹੁਣ ਆਪਣੇ ਮਤਲਬ ਨੂੰ ਆ ਗਏ ਹੋ। ਮੈਂ ਆਪਣੇ ਬੱਚੇ ਕਿਸੇ ਨੂੰ ਨਹੀਂ ਦੇਵਾਂਗੀ। ਔਲਾਦ ਕੋਈ ਵੰਡਣ ਵਾਲੀ ਚੀਜ਼ ਨਹੀਂ ਹੁੰਦੀ। ਚਲੇ ਜਾਓ ਇੱਥੋਂ। ਅਸੀਂ ਜਿਸ ਹਾਲ 'ਚ ਵੀ ਰਹੀਏ, ਇਹ ਸਾਡਾ ਮਸਲਾ ਹੈ, ਤੁਹਾਡਾ ਨਹੀਂ। ਸੱਚ ਆਖਾਂ ਤਾਂ ਅੰਕੁਸ਼ਾ ਨੇ ਮੇਰੇ ਦਿਲ ਦੀ ਗੱਲ ਆਖ ਦਿੱਤੀ ਸੀ। ਮੇਰੀ ਮਾਂ ਨੇ ਸਾਨੂੰ ਫਿਰ ਤੋਂ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਸਗੋਂ ਇਸ ਵਾਰ ਤਾਂ ਬਦਦੁਆ ਦਿੱਤੀ ਕਿ ਕਦੇ ਸਕੂਨ ਨਾਲ ਨਹੀਂ ਰਹੋਗੇ, ਤੇ ਉਹ ਸਾਰੇ ਉੱਥੇ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਤੇ ਅੰਕੁਸ਼ਾ ਬਹੁਤ ਪਰੇਸ਼ਾਨ ਸੀ, ਕਿਉਂਕਿ ਸੱਚ ਤਾਂ ਇਹ ਸੀ ਕਿ ਸਾਡੇ ਤੋਂ 7 ਬੱਚਿਆਂ ਦਾ ਖਰਚਾ ਉਠਾਇਆ ਨਹੀਂ ਜਾ ਰਿਹਾ ਸੀ। ਪਰ ਇਹ ਗੱਲ ਮੇਰੇ ਦਿਮਾਗ 'ਚ ਬਿਲਕੁਲ ਨਹੀਂ ਆ ਰਹੀ ਸੀ ਜੋ ਮੇਰੀ ਮਾਂ ਕਰਕੇ ਗਈ ਸੀ। ਮੈਂ ਆਪਣੀ ਔਲਾਦ ਕਿਸੇ ਨੂੰ ਨਹੀਂ ਦੇ ਸਕਦਾ ਸੀ। ਮੈਂ ਅੰਕੁਸ਼ਾ ਨੂੰ ਵਿਸ਼ਵਾਸ ਦਿਵਾਇਆ ਕਿ ਸਭ ਕੁਝ ਠੀਕ ਹੋ ਜਾਵੇਗਾ। ਮੈਂ ਹੋਰ ਮਿਹਨਤ ਕਰਾਂਗਾ। ਉਸਨੇ ਵੀ ਕਿਹਾ ਕਿ ਮੈਂ ਵੀ ਪਿੰਡ 'ਚ ਕੋਈ ਕੰਮ ਭਾਲ ਲਵਾਂਗੀ, ਕੋਈ ਅਜਿਹਾ ਕੰਮ ਜੋ ਘਰ ਬੈਠੇ ਕਰ ਸਕਾਂ, ਚਾਹੇ ਉਸਨੂੰ ਕਿਸੇ ਦੇ ਜੁੱਤੇ ਹੀ ਕਿਉਂ ਨਾ ਬਣਾਉਣੇ ਪੈਣ। ਅਗਲੇ ਦਿਨ ਅੰਕੁਸ਼ਾ ਨੇ ਮੇਰੇ ਤੋਂ ਕੁਝ ਬੀਜ ਮੰਗਵਾਏ ਤੇ ਕਿਹਾ ਕਿ ਘਰ ਦੇ ਸਾਹਮਣੇ ਜੋ ਥੋੜੀ ਜ਼ਮੀਨ ਪਈ ਹੈ, ਉਸ 'ਚ ਹੁਣੇ ਕੁਝ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਹਨ, ਤਾਂ ਕਿ ਘਰ 'ਚ ਹਰ ਸਮੇਂ ਖਾਣ ਨੂੰ ਕੁਝ ਨਾ ਕੁਝ ਹੋਵੇ। ਅੰਕੁਸ਼ਾ ਸਬਜ਼ੀਆਂ ਬੀਜਣ ਲਈ ਜ਼ਮੀਨ ਸਾਫ਼ ਕਰ ਰਹੀ ਸੀ ਤਾਂ ਉਸ ਨੂੰ ਮਿੱਟੀ 'ਚ ਦੱਬਿਆ ਹੋਇਆ ਇੱਕ ਘੜਾ ਮਿਲਿਆ। ਉਸਨੇ ਉਸ ਨੂੰ ਬਾਹਰ ਕੱਢਿਆ, ਉਸ ਨੂੰ ਧੋਤਾ ਤੇ ਉਸ 'ਚ ਪਾਣੀ ਪਾ ਕੇ ਰੱਖ ਦਿੱਤਾ। ਉਂਝ ਵੀ ਉਸ ਘਰ 'ਚ ਬਰਤਨਾਂ ਦੀ ਕਮੀ ਸੀ ਤੇ ਪਾਣੀ ਪਾਉਣ ਲਈ ਇੰਨਾ ਵੱਡਾ ਬਰਤਨ ਮਿਲ ਜਾਣਾ ਇੱਕ ਬਹੁਤ ਚੰਗੀ ਗੱਲ ਸੀ। 2-4 ਦਿਨ ਹੀ ਲੰਘੇ ਸਨ ਕਿ ਮੈਂ ਆਪਣੇ ਘਰ 'ਚ ਨਵੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਅੰਕੁਸ਼ਾ ਨੂੰ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਖਰੀਦਣ ਲਈ ਪੈਸੇ ਕਿੱਥੋਂ ਆਉਂਦੇ ਹਨ, ਤਾਂ ਉਸਨੇ ਕਿਹਾ ਕਿ ਮੈਂ ਪਿੰਡ ਦੀਆਂ ਔਰਤਾਂ ਦੇ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ ਹਨ ਤੇ ਮਸ਼ੀਨ ਵੀ ਮੈਨੂੰ ਇੱਕ ਔਰਤ ਨੇ ਹਮਦਰਦੀ ਕਰਕੇ ਦਿੱਤੀ ਹੈ। ਇੱਕ ਦਿਨ ਅੰਕੁਸ਼ਾ ਬੈਠਣ ਲੱਗੀ ਤਾਂ ਉਸਦੇ ਮੂੰਹੋਂ ਆ ਦੀ ਆਵਾਜ਼ ਨਿਕਲੀ। ਮੈਂ ਕਿਹਾ ਕਿ ਕੀ ਗੱਲ ਹੈ, ਤੇਰੇ ਦਰਦ ਹੋ ਰਿਹਾ ਹੈ ਕਿਤੇ? ਤਾਂ ਉਹ ਕਹਿਣ ਲੱਗੀ ਕਿ ਹਾਂ, ਮੇਰੀਆਂ ਲੱਤਾਂ 'ਚ ਥੋੜਾ ਦਰਦ ਹੈ। ਮੈਂ ਦੇਖਿਆ ਕਿ ਉਸਦੀ ਲੱਤ 'ਤੇ ਇੱਕ ਜ਼ਖਮ ਸੀ। ਅੰਕੁਸ਼ਾ ਕੋਲ ਹਮੇਸ਼ਾ ਪੈਸੇ ਹੁੰਦੇ ਸਨ ਤੇ ਪੈਸੇ ਨਾਲ ਸਾਡੇ ਬੱਚਿਆਂ ਲਈ ਚੀਜ਼ਾਂ ਖਰੀਦ ਲੈਂਦੀ ਸੀ, ਪਰ ਨਾਲ ਹੀ ਇਹ ਵੀ ਦੇਖ ਰਿਹਾ ਸੀ ਕਿ ਉਹ ਰੋਜ਼ ਹੀ ਬਿਮਾਰ ਹੁੰਦੀ। ਰੋਜ਼ ਉਸਦੇ ਜਿਸਮ 'ਤੇ ਕੋਈ ਨਾ ਕੋਈ ਜ਼ਖਮ ਹੁੰਦਾ, ਜਿਵੇਂ ਉਹ ਕੁਝ ਲੁਕਾ ਰਹੀ ਸੀ। ਅਸੀਂ ਜਿਸ ਘਰ 'ਚ ਰਹਿੰਦੇ ਸੀ, ਉਹ ਪਿੰਡ ਤੋਂ ਬਾਹਰ ਦੂਰ ਸੀ ਤੇ ਇਸ ਬਾਰੇ ਸਭ ਨੂੰ ਪਤਾ ਸੀ ਕਿ ਇੱਥੇ ਕੋਈ ਨਹੀਂ ਰਹਿੰਦਾ। ਤਾਂ ਫਿਰ ਪਿੰਡ ਤੋਂ ਇੰਨੀ ਦੂਰ ਔਰਤਾਂ ਉਸ ਕੋਲ ਕੱਪੜੇ ਸਿਲਾਉਣ ਕਿਵੇਂ ਆ ਜਾਂਦੀਆਂ ਹਨ?
ਘਰ 'ਚ ਕੋਈ ਮਸ਼ੀਨ ਵੀ ਨਹੀਂ ਦਿਸਦੀ ਸੀ, ਪਰ ਉਹ ਮੈਨੂੰ ਝੂਠ ਕਿਉਂ ਬੋਲ ਰਹੀ ਸੀ। ਇੱਕ ਦਿਨ ਮੈਂ ਕੰਮ ਤੋਂ ਘਰ ਵਾਪਸ ਆਇਆ ਤਾਂ ਮੈਂ ਅੰਕਸ਼ਾ ਨੂੰ ਜ਼ਮੀਨ 'ਤੇ ਪਿਆ ਦੇਖਿਆ। ਉਹ ਬੇਹੋਸ਼ ਹੋ ਗਈ ਸੀ। ਉਸ ਦੀ ਹਾਲਤ ਬਹੁਤ ਬੁਰੀ ਸੀ। ਮੈਂ ਉਸ ਨੂੰ ਜਗਾਇਆ, ਉਸ ਦੇ ਮੂੰਹ 'ਤੇ ਪਾਣੀ ਪਾਇਆ ਤੇ ਪੁੱਛਿਆ ਕਿ ਤੈਨੂੰ ਕੀ ਹੋਇਆ ਹੈ। ਤਾਂ ਉਹ ਆਖਣ ਲੱਗੀ ਕਿ ਮੈਂ ਪੌੜੀਆਂ ਤੋਂ ਡਿੱਗ ਗਈ ਸੀ। ਮੈਂ ਉਸ ਨੂੰ ਉਠਾ ਕੇ ਬਿਸਤਰ 'ਤੇ ਪਾਇਆ ਤੇ ਮੇਰੇ ਦਿਮਾਗ 'ਚ ਇੱਕ ਖਿਆਲ ਬਿਜਲੀ ਵਾਂਗ ਆਇਆ ਤੇ ਮੈਂ ਉਸ ਨੂੰ ਕਿਹਾ ਕਿ ਇਸ ਘਰ 'ਚ ਤਾਂ ਪੌੜੀਆਂ ਨਹੀਂ ਹਨ। ਉਸਨੇ ਮੈਨੂੰ ਹੈਰਾਨ ਹੋ ਕੇ ਦੇਖਿਆ ਤੇ ਇਹ ਆਖ ਕੇ ਸੋ ਗਈ ਕਿ ਮੈਨੂੰ ਬਹੁਤ ਨੀਂਦ ਆ ਰਹੀ ਹੈ। ਮੈਨੂੰ ਅੰਕੁਸ਼ਾ 'ਤੇ ਸ਼ੱਕ ਹੋ ਰਿਹਾ ਸੀ ਕਿ ਕਿਤੇ ਗਰੀਬੀ ਤੋਂ ਤੰਗ ਆ ਕੇ ਕਿਸੇ ਗਲਤ ਕੰਮ 'ਚ ਤਾਂ ਨਹੀਂ ਪੈ ਗਈ। ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਮੈਂ ਕੰਮ 'ਤੇ ਜਾ ਰਿਹਾ ਹਾਂ, ਪਰ ਮੈਂ ਘਰ 'ਚ ਹੀ ਲੁਕਿਆ। ਅੰਕੁਸ਼ਾ ਇਸ ਗੱਲ ਤੋਂ ਬੇਖਬਰ ਸੀ ਕਿ ਮੈਂ ਘਰ 'ਚ ਹੀ ਹਾਂ। ਮੈਂ ਉਸ 'ਤੇ ਨਜ਼ਰ ਰੱਖ ਰਿਹਾ ਸੀ। ਉਸਨੇ ਬੱਚਿਆਂ ਨੂੰ ਖਾਣਾ ਖਵਾਇਆ, ਉਹਨਾਂ ਦੇ ਕੱਪੜੇ ਬਦਲੇ ਤੇ ਉਹਨਾਂ ਸਾਰਿਆਂ ਨੂੰ ਸਵਾ ਕੇ ਆਪਣੇ ਕੰਮ 'ਚ ਲੱਗ ਗਈ। ਫਿਰ ਮੈਂ ਉਸ ਨੂੰ ਇੱਕ ਬਹੁਤ ਹੀ ਅਜੀਬ ਹਰਕਤ ਕਰਦੇ ਦੇਖਿਆ। ਮੈਂ ਦੇਖਿਆ ਕਿ ਉਸਨੇ ਉਸ ਘੜੇ ਨੂੰ ਆਪਣੇ ਸਾਹਮਣੇ ਰੱਖਿਆ ਤੇ ਆਪਣੇ ਇੱਕ ਹੱਥ 'ਚ ਚਾਕੂ ਫੜ ਕੇ ਉਸ ਘੜੇ ਦੇ ਸਾਹਮਣੇ ਬੈਠ ਗਈ। ਅੰਕੁਸ਼ਾ ਘੜੇ ਸਾਹਮਣੇ ਬੈਠ ਕੇ ਸਬਜ਼ੀ ਕੱਟ ਰਹੀ ਸੀ ਕਿ ਸਬਜ਼ੀ ਕੱਟਦੇ ਹੋਏ ਅਚਾਨਕ ਉਸਦੀ ਉਂਗਲ 'ਤੇ ਚਾਕੂ ਲੱਗ ਗਿਆ। ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। ਕੰਮ ਕਰਦੇ ਹੋਏ ਅਕਸਰ ਔਰਤਾਂ ਨਾਲ ਅਜਿਹਾ ਹੁੰਦਾ ਹੈ। ਇਹ ਕੋਈ ਵੱਡੀ ਗੱਲ ਨਹੀਂ ਸੀ, ਪਰ ਉਸ ਤੋਂ ਬਾਅਦ ਜੋ ਹੋਇਆ ਉਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਦੇਖਿਆ ਕਿ ਅੰਕੁਸ਼ਾ ਇੱਕ ਛੋਟੇ ਮੇਜ਼ 'ਤੇ ਚੜ੍ਹੀ, ਜਿਸ ਨੂੰ ਪਾਣੀ ਦਾ ਘੜਾ ਰੱਖਣ ਲਈ ਬਣਾਇਆ ਗਿਆ ਸੀ, ਤੇ ਉਸਨੇ ਉੱਥੇ ਛਾਲ ਮਾਰ ਦਿੱਤੀ। ਫਿਰ ਜ਼ਮੀਨ 'ਤੇ ਡਿੱਗੀ ਤਾਂ ਉਸਦੇ ਪੈਰ 'ਤੇ ਵੀ ਸੱਟ ਲੱਗੀ ਤੇ ਕੂਹਣੀਆਂ 'ਤੇ ਵੀ। ਉਹ ਦਰਦ ਨਾਲ ਤੜਫਣ ਲੱਗੀ ਤੇ ਕੁਝ ਦੇਰ ਜ਼ਮੀਨ 'ਤੇ ਪੈ ਗਈ। ਫਿਰ ਬਹੁਤ ਮੁਸ਼ਕਿਲ ਨਾਲ ਉੱਠੀ। ਜਾ ਕੇ ਘੜੇ 'ਚ ਹੱਥ ਪਾਇਆ ਤਾਂ ਉਸਦੇ ਹੱਥ 'ਚ ਕੁਝ ਨੋਟ ਆ ਗਏ। ਮੈਂ ਹੈਰਾਨ ਹੋ ਗਿਆ ਤੇ ਨਾਲ ਦੀ ਨਾਲ ਉਸਦੇ ਸਾਹਮਣੇ ਆ ਗਿਆ। ਉਹ ਮੈਨੂੰ ਦੇਖ ਕੇ ਬਹੁਤ ਡਰ ਗਈ। ਮੈਂ ਵੀ ਉਸ ਨੂੰ ਦੇਖ ਕੇ ਬਹੁਤ ਹੈਰਾਨ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਸਾਰਾ ਕੁਝ ਦੇਖ ਲਿਆ ਹੈ, ਜੋ ਤੂੰ ਹੁਣੇ ਜੋ ਵੀ ਕੀਤਾ ਹੈ। ਉਸਨੇ ਤੁਰੰਤ ਜਾ ਕੇ ਘਰ ਦਾ ਦਰਵਾਜ਼ਾ ਤੇ ਖਿੜਕੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਚੁੱਪ ਰਹਿਣ ਨੂੰ ਕਿਹਾ। ਉਸਨੇ ਮੈਨੂੰ ਇੱਕ ਪਾਸੇ ਬਿਠਾਇਆ ਤੇ ਦੱਸਿਆ ਕਿ ਮੈਨੂੰ ਇਹ ਘੜਾ ਬਾਹਰ ਜ਼ਮੀਨ 'ਚੋਂ ਮਿਲਿਆ ਸੀ। ਮੈਨੂੰ ਲੱਗਿਆ ਕਿ ਇਹ ਇੱਕ ਆਮ ਘੜਾ ਹੈ, ਇਸ ਲਈ ਮੈਂ ਇਸ 'ਚ ਪਾਣੀ ਪਾ ਕੇ ਰੱਖ ਦਿੱਤਾ। ਪਰ ਇੱਕ ਦਿਨ ਮੇਰਾ ਪੈਰ ਮੰਜੇ ਨਾਲ ਵੱਜਿਆ ਤੇ ਮੇਰੀ ਦਰਦ ਨਾਲ ਚੀਕ ਨਿਕਲੀ ਤਾਂ ਇਸੇ ਸਮੇਂ ਘੜੇ 'ਚੋਂ ਕੁਝ ਨੋਟ ਉੱਡ ਕੇ ਬਾਹਰ ਡਿੱਗ ਗਏ। ਮੈਂ ਹੈਰਾਨ ਤੇ ਪਰੇਸ਼ਾਨ ਹੋ ਗਈ। ਫਿਰ ਮੈਂ ਆਪਣਾ ਹੱਥ ਕੰਨ 'ਤੇ ਮਾਰਿਆ ਤਾਂ ਘੜੇ 'ਚੋਂ ਕੁਝ ਹੋਰ ਨੋਟ ਬਾਹਰ ਨਿਕਲੇ। ਮੈਂ ਉਸਦੇ ਸਾਹਮਣੇ ਖੁਦ 'ਤੇ ਜਿੰਨੀ ਵਾਰ ਕਰਦੀ, ਉਨੇ ਹੀ ਪੈਸੇ ਬਾਹਰ ਡਿੱਗ ਜਾਂਦੇ। ਜ਼ਰੂਰ ਇਹ ਕੋਈ ਜਾਦੂਈ ਘੜਾ ਹੈ। ਕੁਝ ਦਿਨਾਂ ਤੋਂ ਮੈਂ ਖੁਦ ਨੂੰ ਮਾਰ ਰਹੀ ਹਾਂ ਤੇ ਉਸ 'ਚੋਂ ਪੈਸੇ ਨਿਕਲ ਰਹੇ ਹਨ। ਮੈਂ ਆਪਣੀ ਪਤਨੀ ਨੂੰ ਦੇਖ ਕੇ ਹੈਰਾਨ। ਉਹ ਝੂਠ ਨਹੀਂ ਬੋਲ ਰਹੀ ਸੀ, ਕਿਉਂਕਿ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ ਕਿ ਇਹ ਸਭ ਕਿਵੇਂ ਹੋ ਰਿਹਾ ਹੈ। ਮੈਂ ਪਲ ਲਈ ਉਸ ਘੜੇ ਵੱਲ ਦੇਖਿਆ ਤੇ ਆਪਣੇ ਇੱਕ ਹੱਥ ਨਾਲ ਦੂਜੇ ਹੱਥ 'ਤੇ ਜ਼ੋਰ ਨਾਲ ਵਾਰ ਕੀਤਾ ਤਾਂ ਘੜੇ 'ਚੋਂ ਕੁਝ ਨੋਟ ਉੱਡ ਕੇ ਬਾਹਰ ਡਿੱਗ ਗਏ। ਮੈਂ ਹੱਸਣ ਲੱਗਿਆ ਕਿ ਇਹ ਤਾਂ ਸਾਡੇ ਹੱਥ ਖਜ਼ਾਨਾ ਲੱਗ ਗਿਆ ਹੈ। ਮੇਰੀ ਪਤਨੀ ਇੱਕ ਹਫ਼ਤੇ ਤੋਂ ਇਹ ਸਭ ਕੁਝ ਕਰ ਰਹੀ ਸੀ। ਉਸਨੇ ਕਾਫੀ ਸਾਰੇ ਪੈਸੇ ਜਮ੍ਹਾਂ ਕਰ ਲਏ ਸਨ, ਜੋ ਉਸਨੇ ਮੈਨੂੰ ਦਿਖਾਏ। ਮੇਰੀ ਪਤਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਘੜਾ ਉਹਨਾਂ ਲੋਕਾਂ ਦਾ ਹੈ ਜੋ ਉਸ ਘਰ 'ਚ ਰਹਿੰਦੇ ਸਨ। ਅਗਲੇ ਦਿਨ ਮੈਂ ਉਸ ਘਰ 'ਚ ਰਹਿਣ ਵਾਲਿਆਂ ਬਾਰੇ ਪਤਾ ਕਰਨ ਲਈ ਆਪਣੇ ਉਸੇ ਦੋਸਤ ਕੋਲ ਗਿਆ ਤਾਂ ਉਸਨੇ ਦੱਸਿਆ ਕਿ ਉਸ ਘਰ 'ਚ ਜੋ ਲੋਕ ਰਹਿੰਦੇ ਸਨ ਉਹ ਲਗਭਗ
30-40 ਸਾਲ ਤੋਂ ਵਾਪਸ ਨਹੀਂ ਆਏ ਤੇ ਨਾ ਹੀ ਉਹਨਾਂ ਦੀ ਕੋਈ ਔਲਾਦ ਘਰੇ ਆਈ ਹੈ। ਕਿਹਾ ਜਾਂਦਾ ਹੈ ਕਿ ਇੱਥੇ ਜੋ ਲੋਕ ਰਹਿੰਦੇ ਸਨ ਉਹ ਥੋੜੇ ਪਾਗਲ ਸਨ। ਉਹ ਆਪਣੇ ਹੀ ਘਰ 'ਚ ਮਰੇ ਹੋਏ ਮਿਲੇ ਸਨ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਮੈਂ ਉਸ ਘਰ 'ਚ ਥੋੜੀ ਮੁਰੰਮਤ ਕਰਵਾਉਣਾ ਚਾਹੁੰਦਾ ਹਾਂ ਤਾਂ ਉਸਨੇ ਕਿਹਾ ਕਿ ਠੀਕ ਹੈ, ਤੂੰ ਕਰਵਾ ਲੈ। ਇਸ ਬਾਰੇ ਜੇਕਰ ਕੋਈ ਪੁੱਛਣ ਆਇਆ ਤਾਂ ਉਹ ਪਿੰਡ ਦਾ ਪਟਵਾਰੀ ਹੀ ਹੋਵੇਗਾ ਤੇ ਉਸ ਨੂੰ ਕੁਝ ਦੇ ਕੇ ਚੁੱਪ ਕਰਵਾ ਦੇਵੇਗਾ। ਜੋ ਕੰਮ ਮੇਰੀ ਪਤਨੀ ਇੱਕ ਹਫ਼ਤੇ ਤੋਂ ਕਰ ਰਹੀ ਸੀ ਉਹ ਮੈਂ ਵੀ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਇੰਨੇ ਪੈਸੇ ਜਮ੍ਹਾਂ ਕਰ ਲਏ ਕਿ ਅਸੀਂ ਉਸ ਘਰ ਲਈ ਕੁਝ ਸਮਾਨ ਖਰੀਦਿਆ ਤੇ ਆਪਣੇ ਬੱਚਿਆਂ ਲਈ ਕੱਪੜੇ, ਦੁੱਧ ਤੇ ਜ਼ਰੂਰਤ ਦੀਆਂ ਚੀਜ਼ਾਂ ਵੀ ਲਈਆਂ। ਪਰ ਸਾਡੇ ਦੋਵਾਂ ਦੀ ਹਾਲਤ ਬਹੁਤ ਬੁਰੀ ਹੋ ਗਈ। ਸਾਡੇ ਸਰੀਰ ਤੇ ਥਾਂ-ਥਾਂ ਜ਼ਖਮ ਹੋ ਗਏ ਸਨ। ਸਾਨੂੰ ਕੁਝ ਦਿਨ ਆਰਾਮ ਕਰਨ ਦੀ ਲੋੜ ਸੀ। ਮੈਨੂੰ ਖਬਰ ਮਿਲੀ ਕਿ ਪਿੰਡ 'ਚ ਕੁਸ਼ਤੀ ਹੋ ਰਹੀ ਹੈ ਤੇ ਉੱਥੇ ਸ਼ਹਿਰ ਦਾ ਬਹੁਤ ਮਸ਼ਹੂਰ ਪਹਿਲਵਾਨ ਆ ਰਿਹਾ ਹੈ ਤੇ ਜੋ ਵੀ ਉਸ ਪਹਿਲਵਾਨ ਨਾਲ ਲੜੇਗਾ ਉਸ ਨੂੰ ਬਹੁਤ ਵੱਡੀ ਰਕਮ ਦਿੱਤੀ ਜਾਵੇਗੀ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਮੈਂ ਉਸ ਪਹਿਲਵਾਨ ਨਾਲ ਲੜਾਈ ਕਰਾਂਗਾ ਤੇ ਘੜਾ ਪੈਸਿਆਂ ਨਾਲ ਭਰ ਜਾਵੇਗਾ। ਮੈਂ ਉਸ ਤੋਂ ਜਿੱਤ ਨਹੀਂ ਸਕਦਾ ਸੀ ਪਰ ਆਪਣੀ ਹਿੰਮਤ ਅਨੁਸਾਰ ਮਾਰ ਜ਼ਰੂਰ ਖਾ ਸਕਦਾ ਸੀ ਤੇ ਇਸ ਤਰ੍ਹਾਂ ਮੈਨੂੰ ਬਹੁਤ ਸਾਰੇ ਪੈਸੇ ਮਿਲ ਸਕਦੇ ਸਨ। ਅਸੀਂ ਦੰਗਲ ਦੇਖਣ ਗਏ ਤੇ ਮੈਂ ਉਸ ਪਹਿਲਵਾਨ ਨੂੰ ਲਲਕਾਰਿਆ। ਉਸ ਪਹਿਲਵਾਨ ਨੇ ਕੁਸ਼ਤੀ 'ਚ ਮੈਨੂੰ ਬਹੁਤ ਮਾਰਿਆ ਤੇ ਮੈਨੂੰ ਉਠਾ ਕੇ ਜ਼ਮੀਨ ਤੇ ਡੇਗਿਆ। ਮੇਰੀ ਪਤਨੀ ਲੋਕਾਂ ਵਿਚਕਾਰ ਬੈਠੀ ਸੀ ਤੇ ਉਸਨੇ ਘੜੇ ਨੂੰ ਇੱਕ ਕਾਲੀ ਬੋਰੀ 'ਚ ਪਾ ਰੱਖਿਆ ਸੀ। ਮੇਰੀ ਹਾਲਤ ਇੰਨੀ ਬੁਰੀ ਹੋ ਗਈ ਕਿ ਲੋਕ ਮੈਨੂੰ ਉਠਾ ਕੇ ਘਰ ਤੱਕ ਛੱਡ ਕੇ ਆਏ। ਪਰ ਮੈਂ ਖੁਸ਼ ਸੀ ਕਿਉਂਕਿ ਉਹ ਘੜਾ ਪੈਸਿਆਂ ਨਾਲ ਭਰ ਚੁੱਕਿਆ ਸੀ। ਮੇਰੀ ਰਾਤ ਬਹੁਤ ਬੁਰੀ ਲੰਘੀ ਸੀ ਤੇ ਮੈਂ ਸਾਰੀ ਰਾਤ ਦਰਦ ਨਾਲ ਤੜਫਦਾ ਰਿਹਾ। ਅਸੀਂ ਹੁਣ ਇਹ ਇਰਾਦਾ ਕਰ ਲਿਆ ਕਿ ਸਾਡੇ ਕੋਲ ਇੰਨੇ ਪੈਸੇ ਹਨ ਕਿ ਸਾਨੂੰ ਦੁਬਾਰਾ ਇਹ ਕੰਮ ਕਰਨ ਦੀ ਲੋੜ ਨਹੀਂ ਹੈ। ਅਸੀਂ ਉਸ ਘੜੇ ਨੂੰ ਰੱਖ ਦਿਆਂਗੇ ਤੇ ਫਿਰ ਕਦੇ ਜਦੋਂ ਸਾਨੂੰ ਲੋੜ ਹੋਵੇਗੀ ਤਾਂ ਇਸ ਨੂੰ ਵਰਤ ਲਵਾਂਗੇ। ਹੁਣ ਕੁਝ ਦਿਨ ਅਸੀਂ ਸਿਰਫ ਆਰਾਮ ਕਰਾਂਗੇ ਤੇ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਾਂਗੇ। ਅਸੀਂ ਘਰ ਨੂੰ ਵੀ ਕਿਸੇ ਤਰ੍ਹਾਂ ਠੀਕ ਕਰਵਾ ਲਿਆ ਸੀ। ਮੈਂ ਪਿੰਡ ਦੇ ਪਟਵਾਰੀ ਨੂੰ ਇੰਨੇ ਕੁ ਪੈਸੇ ਦਿੱਤੇ ਕਿ ਉਸਨੇ ਉਹ ਘਰ ਮੇਰੇ ਨਾਂ ਲਿਖ ਦਿੱਤਾ ਸੀ। ਮੈਂ ਇੱਕ ਤਾਂਗਾ ਵੀ ਲੈ ਲਿਆ ਜਿਸ ਨੂੰ ਮੈਂ ਠੇਕੇ ਤੇ ਦੇ ਦਿੱਤਾ। ਉਸ ਤਾਂਗੇ ਤੋਂ ਵੀ ਰੋਜ਼ ਦੀ ਆਮਦਨੀ ਆਉਣ ਲੱਗੀ। ਇਸ ਤੋਂ ਇਲਾਵਾ ਮੈਂ ਪਿੰਡ 'ਚ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਵੀ ਬਣਾ ਲਈ ਜਿਸ ਤੇ ਮੈਂ ਰੋਜ਼ਾਨਾ ਬੈਠ ਜਾਂਦਾ ਤੇ ਉੱਥੇ ਵੀ ਕੁਝ ਆਮਦਨੀ ਆ ਜਾਂਦੀ। ਹੁਣ ਸਾਡੇ ਹਾਲਾਤ ਕੁਝ ਚੰਗੇ ਹੋਣ ਲੱਗੇ ਸਨ। ਸਾਰਾ ਖਾਨਦਾਨ ਸਾਡੇ ਬਾਰੇ ਗੱਲਾਂ ਕਰ ਰਿਹਾ ਸੀ ਕਿ ਲੱਗਦਾ ਹੈ ਕਿ ਇਹਨਾਂ ਦੀ ਅਚਾਨਕ ਕੋਈ ਲਾਟਰੀ ਨਿਕਲ ਆਈ ਹੈ। ਇਸ ਦੇ ਬੇਟੇ ਕਿਸਮਤ ਵਾਲੇ ਹਨ। ਭਗਵਾਨ ਨੇ 7 ਬੇਟੇ ਦਿੱਤੇ ਸਨ ਤਾਂ ਉਹਨਾਂ ਦਾ ਰਿਜ਼ਕ ਵੀ ਤਾਂ ਦੇਣਾ ਸੀ। ਆਖਣ ਨੂੰ ਸਾਡੇ ਹਾਲਾਤ ਠੀਕ ਸਨ ਤੇ ਹੁਣ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਰ ਦੌਲਤ ਦਾ ਨਸ਼ਾ ਅਜਿਹਾ ਨਸ਼ਾ ਹੈ ਕਿ ਜਿਸ ਦੀ ਕੋਈ ਹੱਦ ਨਹੀਂ ਹੈ। ਸਾਡੇ ਕੋਲ ਸਭ ਕੁਝ ਹੁੰਦੇ ਹੋਏ ਵੀ ਅਸੀਂ ਵਾਰ-ਵਾਰ ਉਸ ਮਟਕੇ ਨੂੰ ਇਸਤੇਮਾਲ ਕਰਦੇ। ਸਾਡੇ ਕੋਲ ਬਹੁਤ ਦੌਲਤ ਆ ਗਈ ਸੀ। ਸਾਡੇ ਸਾਰੇ ਛੋਟੇ-ਛੋਟੇ ਸੁਪਨੇ ਜਿਨ੍ਹਾਂ ਨੂੰ ਅਸੀਂ ਕਦੇ ਪੂਰਾ ਨਹੀਂ ਕਰ ਸਕਦੇ ਸੀ ਅਸੀਂ ਹੁਣ ਸਾਰੇ ਪੂਰੇ ਕਰ ਲਏ। ਪਰ ਹੁਣ ਵੀ ਸਾਡਾ ਦਿਲ ਨਹੀਂ ਭਰਿਆ ਸੀ। ਅਸੀਂ ਰੋਜ਼ ਇੱਕ ਦੂਜੇ ਨੂੰ ਕਹਿੰਦੇ ਕਿ ਦੁਬਾਰਾ ਇਸ ਘੜੇ ਨੂੰ ਇਸਤੇਮਾਲ ਨਹੀਂ ਕਰਾਂਗੇ। ਪਰ ਫਿਰ ਅਗਲੇ ਦਿਨ ਅਸੀਂ ਉਸ ਨੂੰ ਇਸਤੇਮਾਲ ਕਰਦੇ ਤੇ ਦੌਲਤ ਜਮ੍ਹਾਂ ਕਰਕੇ ਆਪਣੇ ਕੋਲ ਰੱਖ ਲੈਂਦੇ ਸੀ। ਸਾਡੇ ਤੇ ਅਜਿਹਾ ਜਨੂਨ ਸਵਾਰ ਹੋ ਗਿਆ ਸੀ ਜੋ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਇੱਕ ਦਿਨ ਸਾਡੇ ਘਰ ਇੱਕ ਬਜ਼ੁਰਗ ਵਿਅਕਤੀ ਆਇਆ। ਮੈਂ ਉਸ ਦਿਨ ਘਰ ਹੀ ਸੀ। ਜਦੋਂ ਮੈਂ ਘਰ ਤੋਂ ਬਾਹਰ ਦਰਵਾਜ਼ਾ ਖੋਲ੍ਹਣ ਆਇਆ ਤਾਂ ਮੈਂ ਲੰਗੜਾ ਕੇ ਚੱਲ ਰਿਹਾ ਸੀ ਤੇ ਮੇਰੇ ਸਿਰ ਤੇ ਪੱਟੀ ਬੰਨੀ ਹੋਈ ਸੀ। ਮੈਂ ਉਸ ਬਜ਼ੁਰਗ ਨੂੰ ਘਰ ਦੇ ਅੰਦਰ ਲੈ ਆਇਆ
ਉਸਨੇ ਘਰ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇਸ ਘਰ ਨੂੰ ਕਾਫੀ ਸਹੀ ਕਰਵਾਇਆ ਹੈ, ਪਰ ਤੁਸੀਂ ਇੱਥੇ ਕਿਸ ਤੋਂ ਪੁੱਛ ਕੇ ਰਹਿ ਰਹੇ ਹੋ। ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਕਿਹਾ ਕਿ ਜੇਕਰ ਤੁਹਾਨੂੰ ਇਹ ਘਰ ਵਾਪਸ ਚਾਹੀਦਾ ਹੈ ਤਾਂ ਤੁਹਾਨੂੰ ਮੇਰੇ ਨਾਲ ਇੱਕ ਕੇਸ ਲੜਨਾ ਹੋਵੇਗਾ ਤੇ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ 'ਚ ਇਸ ਤਰ੍ਹਾਂ ਦੇ ਕੇਸ 30-40 ਸਾਲ ਤੱਕ ਚੱਲਦੇ ਰਹਿੰਦੇ ਹਨ। ਤੁਸੀਂ ਇਸ ਘਰ ਨੂੰ ਭੁੱਲ ਜਾਓ। ਤਾਂ ਉਹ ਆਦਮੀ ਹੱਸਿਆ ਤੇ ਮੈਂ ਉਸ 'ਤੇ ਹੈਰਾਨ ਰਹਿ ਗਿਆ। ਉਸਨੇ ਕਿਹਾ ਕਿ ਮੈਂ ਇਸ ਘਰ ਨੂੰ ਮੁਫਤ 'ਚ ਵੀ ਦੁਬਾਰਾ ਇਸਤੇਮਾਲ ਕਰਨ ਲਈ ਨਾ ਲਵਾਂ ਤਾਂ ਇਸ ਲਈ ਕੇਸ ਲੜਨਾ ਤਾਂ ਦੂਰ ਦੀ ਗੱਲ ਹੈ। ਇਸ ਘਰ 'ਚ ਮੇਰੀ ਕੋਈ ਵੀ ਚੰਗੀ ਯਾਦ ਨਹੀਂ ਹੈ। ਮੈਂ ਬਸ ਇੱਥੋਂ ਲੰਘ ਰਿਹਾ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਇਸ ਘਰ 'ਚ ਸ਼ਾਇਦ ਕੋਈ ਰਹਿ ਰਿਹਾ ਹੈ, ਇਸ ਲਈ ਮੈਂ ਦੇਖਣ ਆ ਗਿਆ। ਗੱਲਾਂ ਕਰਦੇ ਕਰਦੇ ਉਸ ਦੀ ਨਜ਼ਰ ਉਸ ਮਿੱਟੀ ਦੇ ਘੜੇ ਤੇ ਪਈ ਤਾਂ ਉਹ ਹੈਰਾਨ ਤੇ ਪਰੇਸ਼ਾਨ ਹੋ ਗਿਆ। ਉਹ ਆਦਮੀ ਆਪਣੇ ਥਾਂ ਤੋਂ ਖੜਾ ਹੋ ਗਿਆ ਤੇ ਸਾਨੂੰ ਦੋਵਾਂ ਨੂੰ ਅਜੀਬ ਨਜ਼ਰਾਂ ਨਾਲ ਦੇਖਣ ਲੱਗਿਆ। ਮੇਰੀ ਪਤਨੀ ਚਾਹ ਲੈ ਕੇ ਆ ਰਹੀ ਸੀ। ਉਹ ਵੀ ਹੈਰਾਨ ਹੋ ਗਈ ਕਿ ਇਹ ਆਦਮੀ ਇਸ ਤਰ੍ਹਾਂ ਕਿਉਂ ਦੇਖ ਰਿਹਾ ਹੈ। ਤੁਹਾਨੂੰ ਇਹ ਕਿੱਥੋਂ ਮਿਲਿਆ ਕਿ ਤੁਸੀਂ ਇਸ ਨੂੰ ਇਸਤੇਮਾਲ ਕਰ ਰਹੇ ਹੋ ਤੇ ਕਿੰਨੇ ਦਿਨਾਂ ਤੋਂ ਇਸਤੇਮਾਲ ਕਰ ਰਹੇ ਹੋ। ਅਸੀਂ ਉਸ ਆਦਮੀ ਦੇ ਸਾਹਮਣੇ ਬਿਲਕੁਲ ਅਣਜਾਣ ਬਣਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ। ਇਹ ਤਾਂ ਇੱਕ ਆਮ ਮਿੱਟੀ ਦਾ ਘੜਾ ਹੈ ਜਿਸ ਨੂੰ ਅਸੀਂ ਪਾਣੀ ਪਾਉਣ ਲਈ ਇਸਤੇਮਾਲ ਕਰਦੇ ਹਾਂ। ਤਾਂ ਉਸ ਆਦਮੀ ਨੇ ਕਿਹਾ ਕਿ ਇਹ ਕੋਈ ਆਮ ਘੜਾ ਨਹੀਂ ਹੈ, ਸਗੋਂ ਇੱਕ ਜਾਦੂਈ ਘੜਾ ਹੈ ਜੋ ਮੇਰੇ ਖਾਨਦਾਨ ਨੂੰ ਨਿਕਲ ਗਿਆ ਸੀ। ਇਹ ਸੁਣ ਕੇ ਅਸੀਂ ਹੈਰਾਨ ਰਹਿ ਗਏ। ਉਸਨੇ ਦੱਸਿਆ ਕਿ ਮੈਂ ਤੇ ਮੇਰਾ ਸਾਰਾ ਖਾਨਦਾਨ ਇਸੇ ਘਰ 'ਚ ਰਹਿੰਦੇ ਸੀ। ਮੇਰੇ 2 ਬੇਟੇ ਸਨ, ਉਹਨਾਂ ਦੀਆਂ ਪਤਨੀਆਂ ਸਨ, ਮੇਰੀ ਪਤਨੀ ਸੀ ਤੇ ਮੇਰੇ ਪੋਤੇ ਪੋਤੀਆਂ ਵੀ ਸਨ। ਸਾਨੂੰ ਇਹ ਘੜਾ ਸਾਡੀ ਜ਼ਮੀਨ 'ਚ ਦੱਬਿਆ ਹੋਇਆ ਮਿਲਿਆ ਸੀ। ਫਿਰ ਸਾਨੂੰ ਪਤਾ ਲੱਗਿਆ ਕਿ ਇਹ ਇੱਕ ਜਾਦੂਈ ਘੜਾ ਹੈ ਜਿਸ ਦੇ ਸਾਹਮਣੇ ਖੁਦ ਨੂੰ ਤਕਲੀਫ ਪਹੁੰਚਾਈ ਜਾਵੇ ਤਾਂ ਇਹ ਉਸ ਤਕਲੀਫ ਅਨੁਸਾਰ ਤੁਹਾਨੂੰ ਰਕਮ ਦਿੰਦਾ ਹੈ। ਅਸੀਂ ਲੋਕ ਵੀ ਬਹੁਤ ਗਰੀਬ ਸੀ ਪਰ ਉਸ ਘੜੇ ਦੀ ਮਦਦ ਨਾਲ ਅਮੀਰ ਹੋ ਗਏ। ਇਹ ਘਰ ਜੋ ਇੰਨਾ ਵੱਡਾ ਤੁਸੀਂ ਦੇਖ ਰਹੇ ਹੋ, ਇਹ ਵੱਡਾ ਘਰ ਨਹੀਂ ਸਗੋਂ ਮਿੱਟੀ ਦੀ ਇੱਕ ਝੌਂਪੜੀ ਦੀ ਸੂਰਤ 'ਚ ਅਸੀਂ ਇੱਥੇ ਬਣਵਾਇਆ ਸੀ। ਪਰ ਫਿਰ ਸਾਡੇ ਕੋਲ ਦੌਲਤ ਆਉਣ ਲੱਗੀ ਤੇ ਅਸੀਂ ਇਸ ਨੂੰ ਘਰ ਦੀ ਸ਼ਕਲ ਦੇ ਦਿੱਤੀ ਤੇ ਆਸ-ਪਾਸ ਦੀਆਂ ਸਾਰੀਆਂ ਜ਼ਮੀਨਾਂ ਵੀ ਅਸੀਂ ਖਰੀਦ ਲਈਆਂ ਤੇ ਖੇਤੀ ਕਰਨ ਲੱਗੇ। ਸਾਰੇ ਆਪਣੇ ਆਪ ਨੂੰ ਤਕਲੀਫ ਪਹੁੰਚਾ ਕੇ ਉਸ 'ਚੋਂ ਰੋਜ਼ ਦੌਲਤ ਕੱਢਦੇ ਸਨ। ਪਰ ਫਿਰ ਮੇਰੇ ਬੇਟਿਆਂ 'ਚ ਉਸ ਘੜੇ ਨੂੰ ਲੈ ਕੇ ਫੁੱਟ ਪੈ ਗਈ। ਮੇਰੇ ਘਰ 'ਚ ਲੜਾਈਆਂ ਹੋਣ ਲੱਗੀਆਂ। ਬਿਮਾਰੀਆਂ ਨੇ ਸਾਡੇ ਘਰ ਨੂੰ ਦੇਖ ਲਿਆ ਪਰ ਉਹਨਾਂ ਬਿਮਾਰੀਆਂ ਤੋਂ ਬਚਣ ਲਈ ਪੈਸਿਆਂ ਦੀ ਲੋੜ ਸੀ ਤੇ ਪੈਸੇ ਹਾਸਲ ਕਰਨ ਲਈ ਖੁਦ ਨੂੰ ਤਕਲੀਫ ਦੇਣੀ ਪੈਂਦੀ ਸੀ। ਅਸੀਂ ਸਾਰੇ ਬਹੁਤ ਬਿਮਾਰ ਤੇ ਜ਼ਖਮੀ ਰਹਿਣ ਲੱਗੇ। ਸਾਡੀ ਹਾਲਤ ਅਜਿਹੀ ਹੋ ਗਈ ਕਿ ਜਿਵੇਂ ਅਸੀਂ ਇਨਸਾਨ ਨਹੀਂ ਸਗੋਂ ਚਲਦੀਆਂ ਫਿਰਦੀਆਂ ਲਾਸ਼ਾਂ ਹੋਈਏ। ਇਸ ਘੜੇ ਪਿੱਛੇ ਮੇਰੇ 2 ਬੇਟਿਆਂ ਨੇ ਆਪਸ ਝਗੜਾ ਕੀਤਾ ਤੇ ਇੱਕ ਦੂਜੇ ਨੂੰ ਜਾਨ ਤੋਂ ਮਾਰ ਦਿੱਤਾ। ਮੇਰੀਆਂ ਨੂੰਹਾਂ ਵਿਧਵਾ ਹੋ ਗਈਆਂ, ਉਹਨਾਂ ਦੇ ਬੱਚੇ ਯਤੀਮ ਹੋ ਗਏ। ਮੇਰੀ ਪਤਨੀ ਆਪਣੇ ਦੋਵੇਂ ਬੱਚਿਆਂ ਦੀ ਮੌਤ ਦੇਖ ਕੇ ਪਾਗਲ ਜਿਹੀ ਹੋ ਗਈ। ਮੇਰੀਆਂ ਨੂੰਹਾਂ ਆਪਣੇ ਆਪਣੇ ਬੱਚੇ ਲੈ ਕੇ ਆਪਣੇ ਘਰਾਂ ਨੂੰ ਵਾਪਸ ਚਲੀਆਂ ਗਈਆਂ ਤੇ ਮੈਂ ਵੀ ਆਪਣੀ ਪਤਨੀ ਨੂੰ ਲੈ ਕੇ ਇਸ ਘਰ ਨੂੰ ਛੱਡ ਕੇ ਇੱਥੋਂ ਚਲਾ ਗਿਆ। ਮੈਂ ਇਸ ਘੜੇ ਨੂੰ ਇਸ ਜਗ੍ਹਾ ਮਿੱਟੀ 'ਚ ਦੱਬ ਦਿੱਤਾ ਸੀ। ਮੇਰੀ ਪਤਨੀ ਹੁਣ ਇਸ ਦੁਨੀਆ 'ਚ ਨਹੀਂ ਹੈ। ਮੈਂ ਆਪਣੀ ਇੱਕ ਬੇਟੀ ਦੇ ਘਰ ਰਹਿੰਦਾ ਹਾਂ। ਇਹ ਘੜਾ ਤੁਹਾਨੂੰ ਦੌਲਤ ਤਾਂ ਦਿੰਦਾ ਹੈ ਪਰ ਤੁਹਾਨੂੰ ਇਸ ਦੌਲਤ ਨੂੰ ਹਾਸਲ ਕਰਨ ਲਈ ਇੱਕ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਇਹ ਇੱਕ ਮਾਲਕ ਦੀ ਭਾਲ 'ਚ ਹੁੰਦਾ ਹੈ ਤੇ ਉਸ ਮਾਲਕ ਨੂੰ ਦੌਲਤ ਲਈ ਇੰਨਾ ਪਾਗਲ ਬਣਾ ਦਿੰਦਾ ਹੈ ਕਿ ਉਹ ਖੁਦ ਆਪਣੀ ਹੀ ਜਾਨ ਲੈ ਲੈਂਦਾ ਹੈ ਤੇ ਫਿਰ ਕਿਸੇ ਹੋਰ ਮਾਲਕ ਦੀ ਭਾਲ ਕਰਨ ਲੱਗਦਾ ਹੈ। ਜਿਵੇਂ ਪਹਿਲਾਂ ਸਾਨੂੰ ਮਿਲਿਆ ਸੀ ਹੁਣ ਤੁਹਾਨੂੰ ਮਿਲ ਗਿਆ।
उस आदमी ने साडे बेटे ਵੱਲ देखा तो उसने कहा कि तुसी क्यों अपनी जिंदगी बर्बाद करते हो। ਤੁਹਾਨੂੰ भगवान ने इन्ने प्यारे बच्चे दिते ਹਨ। तुसी अजे जवान हो। उस घड़े ਨੂੰ वापस ਜ਼ਮੀਨ 'ਚ ਦੱਬ ਦਿਓ क्योंकि इसनों तोड़िया नहीं जा सकता। तुसी शायद इसनों तोड़न की कोशिश भी नहीं की होवेगी, पर मैं इसनों तोड़न की बहुत कोशिश की सी, पर तोड़ नहीं सकिया। असी एक दूजे वाल देखा ते सोचा कि सचमुच असी खुद नाल की कर रहे सी। जेकर कल नूं सानू कुछ हो जाता है तो साडे बच्चों का की होवेगा। साडी हालत बिल्कुल मरीज़ां वर्गी हो गई सी जो अपने पैरों ते चल रहे सन। उसने कहा कि बेशक तुसी इस घर च रहो, मैनू ये घर नहीं चाहिए क्योंकि मेरे कोल तां उंज भी सब कुछ है। तुसी अपना कोई कारोबार बनाना है तां ओ भी बनाओ, पर इस घड़े नूं वापस धरती च दब दिओ। ओ बजुर्ग सानू समझा के चला गया ते मैं उस घड़े नूं उठाया कि मैं इसनूं वापस दबा देवांगा, पर मेरी पत्नी ने मेरा हाथ फड़ के मैनू रोक दिता। मैं हैरान रह गया कि ये हुण भी यही सब करना चाहती है। तो उसने कहा कि इसनूं इत्थे नहीं सगों किते बहुत दूर दबा के आवांगे, नहीं तो फिर इसकी भाल च निकल पावांगे। ते मैं उस तरह ही किया। उस घड़े नूं बहुत दूर लै गया ते बहुत डुंगाई च उसनूं दब दिता। हुण साडे कोल करियाने की दुकान भी है, एक सवारी भी है ते भगवान दे दिते खूबसूरत बेटे भी, ते यही साडी दौलत है। सो दोस्तों, लालच बहुत बुरी बला है। हमेशा किरत करके खाण दी आदत पाओ, ना कि मुफ्त दी दौलत के सहारे। दोस्तों, जेकर तुहानू साडी आज की कहानी वधिया लगी तो इसनू लाइक करना ते वध तो वध शेयर करना, ते जेकर तुसी साडे चैनल NK पंजाबी कहानियां ते पहली बार आए हो तो इसनू जरूर सबसक्राइब कर लेना ते अपने दोस्तों मित्रों नाल जरूर शेयर करना।